यार मैं तो राइटिंग समझ ही नहीं आती यार, मैं तो ग्राफ पल्ले ही नहीं पैंदा, पता ही नहीं ਕੀ ਹੁੰਦਾ ਇਸ ਰਾਈਟਿੰਗ ਵਿੱਚ। ਤੁਸੀਂ ਵੀ ਇਦਾਂ ਹੀ ਕਹਿੰਦੇ ਹੋ? ਅੱਜ ਤੋਂ ਬਾਅਦ ਤੁਹਾਨੂੰ ਇਦਾਂ ਕਹਿਣ ਦੀ ਲੋੜ ਨਹੀਂ ਪੈਣੀ, ਕਿਉਂਕਿ ਜੇ ਆਪਾਂ ਤੁਹਾਡੀ ਸਾਰੀ ਸਮੱਸਿਆ ਦਾ ਹੱਲ ਕਰ ਦੇਣਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਣਵੀਰ ਸਿੰਘ ਮੱਕੜ ਤੇ ਇਸ ਚੈਨਲ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿ ਆਪਾਂ ਆਇਲਟਸ ਰਾਈਟਿੰਗ ਟਾਸਕ 1 ਗ੍ਰਾਫ ਕਿਵੇਂ ਅਟੈਂਪਟ ਕਰ ਸਕਦੇ ਹਾਂ। ਆਪਾਂ ਸਪੈਸੀਫਿਕਲੀ ਟੇਬਲ ਦੀ ਐਗਜ਼ਾਮਪਲ ਲਵਾਂਗੇ। वैसे टास्क 1 में ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਗ੍ਰਾਫਸ ਆਉਂਦੇ ਨੇ, ਲਾਈਨ ਗ੍ਰਾਫ, ਬਾਰ ਗ੍ਰਾਫ, ਪਾਈ ਚਾਰਟ ਐਂਡ ਟੇਬਲ। ਅੱਜ ਆਪਾਂ ਸਿਰਫ ਟੇਬਲ ਦੀ ਹੀ ਐਗਜ਼ਾਮਪਲ ਲਵਾਂਗੇ। ਦੇਖੋ ਟੇਬਲ ਵਿੱਚ ਤੁਹਾਨੂੰ ਰੋਜ਼ ਐਂਡ ਕਾਲਮਸ ਦੀ ਫਾਰਮ ਵਿੱਚ ਡਾਟਾ ਦਿੱਤਾ ਹੋਏਗਾ। ਆਪਾਂ ਅੱਜ ਦੀ ਐਗਜ਼ਾਮਪਲ ਦੇਖ ਲੈਂਦੇ ਆ। ਦਿਸ ਇਜ਼ ਦ ਟੇਬਲ ਅਬਾਊਟ ਨੰਬਰ ਆਫ ਫੈਕਟਰੀ ਵਰਕਰਸ ਇਨ ਜਰਮਨੀ। ਜਰਮਨੀ ਵਿੱਚ ਕਿੰਨੇ ਲੋਕੀ ਫੈਕਟਰੀਜ਼ ਵਿੱਚ ਕੰਮ ਕਰਦੇ ਨੇ, ਮੇਲਸ, ਫੀਮੇਲਸ ਤੇ ਟੋਟਲ ਡੇਟਾ ਦੇਖ ਲਿਆ। ਹੁਣ ਟਾਈਮ ਦੇਖੋ, ਕਿੰਨੇ ਸਾਲਾਂ ਦਾ ਡੇਟਾ ਹੈ? 1851 ਤੋਂ ਲੈ ਕੇ 1901 ਤੱਕ ਦਾ, ਮਤਲਬ ਟੋਟਲ 50 ਸਾਲਾਂ ਦਾ ਡੇਟਾ ਹੈ। ਇਹ ਮੇਲਸ ਦੀ ਸੰਖਿਆ, ਇਹ ਫੀਮੇਲਸ ਦੀ ਸੰਖਿਆ ਜਿਹੜੇ ਫੈਕਟਰੀਜ਼ ਵਿੱਚ ਕੰਮ ਕਰਦੇ ਸੀ ਇਸ ਸਾਲ ਵਿੱਚ। ਠੀਕ ਹੈ, ਇੱਥੇ ਦੋਨਾਂ ਦਾ ਟੋਟਲ ਦਿੱਤਾ ਹੋਇਆ। ਆਪਾਂ ਨੂੰ ਡੇਟਾ ਕਲੀਅਰ ਹੋ ਗਿਆ। ਹੁਣ ਆਪਾਂ 1 ਬਾਈ 1 ਨੂੰ ਸਮ ਅਪ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕੀ ਲਿਖਣਾ ਹੁੰਦਾ ਗ੍ਰਾਫ ਵਿੱਚ? ਇੰਟਰੋਡਕਸ਼ਨ ਵਿੱਚ ਆਪਾਂ ਦੇਖੋ ਕੀ ਲਿਖ ਸਕਦੇ ਹਾਂ। The given ਹੁਣ ਟੇਬਲ ਆ, ਟੇਬਲ ਨੂੰ ਆਪਾਂ ਟੇਬਲ ਵੀ ਲਿਖ ਸਕਦੇ ਆ ਜਾਂ ਟੈਬੂਲਰ ਡਾਟਾ ਵੀ ਲਿਖ ਸਕਦੇ ਆ, ਟੈਬੂਲਰ ਚਾਰਟ ਵੀ ਲਿਖ ਸਕਦੇ ਆ। The given ਟੈਬੂਲਰ ਚਾਰਟ ਕੀ ਕਰਦਾ ਹੈ? ਜਰਮਨੀ ਦੇ ਫੈਕਟਰੀਜ਼ ਵਿੱਚ ਕੰਮ ਕਰਨ ਵਾਲੇ ਮੇਲਸ ਤੇ ਫੀਮੇਲਸ ਤੇ ਉਹਨਾਂ ਦਾ ਟੋਟਲ ਸੰਖਿਆ ਨੂੰ ਦਰਸਾਉਂਦਾ ਮਤਲਬ ਸ਼ੋ ਕਰਦਾ। ਤਾਂ ਆਪਾਂ ਇੱਥੇ ਵਰਬ ਲਗਾਵਾਂਗੇ। The given tabular chart shows ਵੀ ਲਿਖ ਸਕਦੇ ਹੋ, depicts ਵੀ ਲਿਖ ਸਕਦੇ ਹੋ। ਆਪਾਂ ਯੂਜ਼ ਕਰਾਂਗੇ presence। verb ਨਾਲ s ਜ਼ਰੂਰ ਲਗਾਵਾਂਗੇ ਜੇ ਆਪਾਂ ਸਿੰਗੂਲਰ ਸਬਜੈਕਟ ਯੂਜ਼ ਕੀਤਾ। ਇੱਕ ਚਾਰਟ ਹੈ, ਸਿੰਗਲ ਚਾਰਟ ਨਾਲ verb plus s ਲੱਗੇਗਾ, ਕਿਉਂਕਿ ਆਪਾਂ ਇੰਟਰੋਡਕਸ਼ਨ ਵਿੱਚ ਕਿਹੜੇ ਟੈਂਸ ਤੇ ਲਿਖਦੇ ਆ? present indefinite tense। present indefinite tense ਦਾ ਰੂਲ ਕੀ ਹੁੰਦਾ ਹੈ? ਜੇ ਤੁਸੀਂ ਇੱਕ ਜਣੇ ਦੀ ਗੱਲ ਕਰਦੇ ਹੋ ਤਾਂ ਚਾਰਟ ਇੱਕ ਹੈ ਨਾ, ਟੇਬਲ ਇੱਕ ਹੈ, ਤਾਂ verb ਨਾਲ s ਜਾਂ es ਲਗਾਓ। ਕਰਨਾ ਆਪਾਂ s ਲਗਾਓ। The given tabular chart presents ਕੀ ਪ੍ਰੈਜ਼ੈਂਟ ਕਰਦਾ? ਇਨਫੋਰਮੇਸ਼ਨ ਕਿਹਦੇ ਬਾਰੇ? About the number of ਕਿਹੜਾ ਨੰਬਰ ਹੈ? ਮੇਲ ਵਰਕਰਸ ਨੇ ਫੈਕਟਰੀਜ਼ ਵਿੱਚ ਕੰਮ ਕਰਨ ਵਾਲੇ, ਫੀਮੇਲਸ ਵਰਕਰ ਨੇ ਫੈਕਟਰੀਜ਼ ਵਿੱਚ ਕੰਮ ਕਰਨ ਵਾਲੀਆਂ। ਆਪਾਂ ਕਿਵੇਂ ਲਿਖਾਂਗੇ? ਨੰਬਰ ਆਫ ਮੇਲ ਐਂਡ ਫੀਮੇਲ ਫੈਕਟਰੀ ਵਰਕਰਸ and ਉਹਨਾਂ ਦਾ ਟੋਟਲ ਵੀ ਦਿੱਤਾ ਨਾ, ਟੋਟਲ ਨੰਬਰ ਵੀ ਦਿੱਤਾ ਹੋਇਆ and their total number ਕਿਹੜੀ ਕੰਟਰੀ ਹੈ? in ਜਰਮਨੀ। ਹੁਣ ਜਰਮਨੀ ਪਾਰਟਿਕੂਲਰ ਕੰਟਰੀ ਦਾ ਨੇਮ ਹੈ, ਪ੍ਰੋਪਰ ਨਾਮ ਹੈ, ਤਾਂ ਜੀ ਕੈਪੀਟਲ ਰੱਖਾਂਗੇ, ਛੋਟੀ ਲਿਖੋਗੇ ਤਾਂ ਗਲਤ ਹੋ ਜਾਏਗਾ। ਜਰਮਨੀ ਡੇਟਾ ਕਿਹੜੇ ਸਾਲ ਨੂੰ ਬਿਲੋਂਗ ਕਰਦਾ ਹੈ? 1851 ਤੋਂ ਲੈ ਕੇ 1901 ਤੱਕ। ਹੁਣ 1851 ਦੇਖੋ, ਇਹਨੂੰ ਆਪਾਂ ਡਾਇਰੈਕਟਲੀ ਇੱਧਰ ਵੀ ਲਿਖ ਸਕਦੇ ਹਾਂ, from 1851 to 1901 ਜਾਂ between 1851 and 1901। between ਤੇ and ਲੱਗੇਗਾ, from ਦੇ ਨਾਲ to ਲੱਗੇਗਾ। ਜਾਂ ਆਪਾਂ ਇਹਨੂੰ ਇੱਧਰ ਵੀ ਲਿਖ ਸਕਦੇ ਹਾਂ। ਦੇਖੋ 19th ਸੈਂਚੁਰੀ ਕਿਹੜੀ ਹੁੰਦੀ ਹੈ? 1800 ਵਾਲੀ। 1800 ਤੋਂ ਲੈ ਕੇ 1899 ਤੱਕ ਸਾਰੀ 19th ਸੈਂਚੁਰੀ। ਆਪਾਂ ਇਹਨੂੰ ਮਿਡ 19th ਸੈਂਚੁਰੀ ਵੀ ਕਹਿ ਸਕਦੇ ਹਾਂ, ਕਿਉਂਕਿ ਬਿਲਕੁਲ ਵਿਚਾਲੇ ਜਾਂਦੀ ਪਈ ਹੈ। from the mid 19th century ਕਿੱਥੇ ਤੱਕ ਹੈ? 1901 ਜਦੋਂ 1900 ਚੜ ਗਿਆ, 1900 ਤੋਂ 1999 ਕਿਹੜੀ ਸੈਂਚੁਰੀ ਹੈ? 20th ਸੈਂਚੁਰੀ। पहले दो डिजिट्स देखो हमेशा उत्ते एक एडवांस सेंचुरी चलती होगी, तो दिस इज 20th सेंचुरी। तो आप कह सकते हैं
20ਵੀਂ ਸਦੀ ਦੀ ਸਟਾਰਟਿੰਗ ਤੱਕ, from the mid 19th century ਕਦੋਂ ਤੱਕ to the beginning of 20th century। इंट्रो क्लियर? कुछ नहीं किया, आप बस दिते हुए डेटा नु अपने एक सेंटेंस विच कन्वर्ट करता, ठीक है। ओवरऑल लिखा कि हाँ डेटा कादे बारे है, किहड़े साल दा, किहड़ी कंट्री दा। हुण आपां लिखांगे इहदा ओवरऑल। ओवरऑल दा पैराग्राफ लिखण लई तुसीं सिंपली ओवरऑल फ्रेज ही यूज कर सकते हो। ओवरऑल इत्थे आ भी लिख सकते, इट कैन बी ऑब्जर्व दैट, नहीं लिखना हमें कोई इशू नहीं, ਆਪਾਂ ਛੱਡ ਹੀ ਦਿੰਦੇ ਹਾਂ क्योंकि अपनी वर्डिंग पहले बहुत ज़्यादा होगी। इंट्रो ਵਿੱਚ ਆਪਾਂ ਕਾਫੀ ਵਰਡਸ ਲਿਖਦੇ ਤਾਂ ਇੱਥੇ ਆਪਾਂ ਵਰਡਸ ਘੱਟ ਹੀ ਲਿਖਾਂਗੇ। ਓਵਰਆਲ ਦੇਖੋ ਟ੍ਰੈਂਡ, ਦੇਖੋ ਤੁਸੀਂ ਓਵਰਵਿਊ ਵਿੱਚ ਹਮੇਸ਼ਾ ਕੋਈ ਇੱਕ ਜਾਂ ਦੋ ਟ੍ਰੈਂਡ ਲਿਖਣੇ ਹੁੰਦੇ ਨੇ। ਆਪਾਂ ਟ੍ਰੈਂਡਸ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਲਸ ਦਾ ਨੰਬਰ ਦੇਖੋ 2,87,000, 1,31,000, 80,000, 76,000, 65,000, 31,000। लगातार ਮੇਲਸ ਦੀ ਸੰਖਿਆ ਘਟਦੀ ਗਈ। ਟਾਈਮ ਵਧਣ ਦੇ ਨਾਲ ਨਾਲ ਜਿਵੇਂ ਜਿਵੇਂ ਸਾਲ ਵਧੇ, ਜਿਵੇਂ ਜਿਵੇਂ ਟਾਈਮ ਅੱਗੇ ਵਧਿਆ, ਮੇਲਸ ਦੀ ਸੰਖਿਆ ਘਟਦੀ ਗਈ। ਇਹ ਚੀਜ਼ ਆਪਾਂ ਨੂੰ ਪਤਾ ਲੱਗ ਗਈ। ਫੀਮੇਲਸ ਵਾਲੀ ਸਾਈਡ ਤੇ ਆ ਜਾਓ, 1,90,000, 1,60,000, ਸਿੱਧਾ 60,000 ਤੇ ਆ ਗਏ, ਫਿਰ 50,000, ਫਿਰ 40,000, ਫਿਰ 30,000। ਕਾਫੀ ਘਟ ਗਈ ਫੀਮੇਲਸ ਦੀ ਸੰਖਿਆ ਵੀ। ਤਾਂ ਆਪਾਂ ਲਿਖ ਸਕਦੇ ਹਾਂ ਕਿ ਦੋਨਾਂ ਦੀ ਸੰਖਿਆ ਹੀ ਟਾਈਮ ਦੇ ਨਾਲ ਨਾਲ ਘਟ ਗਈ। ਕਦੋਂ? ਸਮਾਂ ਵਧਣ ਦੇ ਨਾਲ ਨਾਲ, ਜਾਂ ਜਿਵੇਂ ਜਿਵੇਂ ਸਾਲ ਵਧਦੇ ਗਏ, ਮੇਲ ਤੇ ਫੀਮੇਲਸ ਦੀ ਸੰਖਿਆ ਘਟਦੀ ਗਈ। ਇਹਨਾਂ ਦੀ ਜਿਹੜੇ ਫੈਕਟਰੀਜ਼ ਵਿੱਚ ਕੰਮ ਕਰਦੇ ਸੀਗੇ ਜਰਮਨੀ ਵਿੱਚ, ਜਦੋਂ ਦੋਨਾਂ ਦੀ ਵੈਲਿਊ ਘਟੇਗੀ ਤਾਂ ਆਬਵੀਅਸਲੀ ਟੋਟਲ ਵੀ ਘਟੇਗਾ। ਤਾਂ ਆਪਾਂ ਨਾਲ ਇਹ ਵੀ ਲਿਖ ਸਕਦੇ ਹਾਂ ਕਿ ਟੋਟਲ ਵੀ ਕਾਫੀ ਜ਼ਿਆਦਾ ਘਟ ਗਿਆ। ਓਵਰਆਲ the number of men and women, males and females number, men and women लिख लिया। The number of men and women working in, इत्थे काम कर रहे सी फैक्ट्रीज विच, कित्थों ने यार जर्मनी, ਆਪਾਂ जर्मन फैक्ट्रीज लिख दी। in German factories काफी ज्यादा संख्या घट गई। काफी ज्यादा ਨੂੰ ਆਪਾਂ ਦੇਖ ਸਕਦੇ ਹਾਂ ਰਿਮਾਰਕੇਬਲੀ ਜਾਂ ਕੰਸੀਡਰੇਬਲੀ ਜਾਂ ਨੋਟਿਸੇਬਲੀ। ਚਲੋ ਆਪਾਂ ਰਿਮਾਰਕੇਬਲੀ ਲੈ ਲੈਂਦੇ ਹਾਂ। remarkably decreased। ਹੁਣ ਦੇਖੋ ਤੁਹਾਡੇ ਓਵਰਆਲ ਦਾ ਟੈਂਸ ਉਹੀ ਹੋਣਾ ਚਾਹੀਦਾ ਜੋ ਤੁਹਾਨੂੰ ਡੇਟਾ ਵਿੱਚ ਦਿੱਤਾ ਹੋਇਆ। ਡੇਟਾ ਵਿੱਚ ਤੁਹਾਨੂੰ ਪਾਸਟ ਟੈਂਸ ਦਿੱਤਾ ਨਾ ਸਾਰਾ, ਤਾਂ ਤੁਸੀਂ ਪਾਸਟ ਟੈਂਸ ਵਿੱਚ ਹੀ ਓਵਰਆਲ ਤੇ ਬੋਡੀ ਪੈਰਾਗ੍ਰਾਫ ਲਿਖੋ। remarkably decreased ਜਿਵੇਂ ਜਿਵੇਂ ਸਾਲ ਵਧੇ, as the years progressed। progress मतलब ਵਧਣਾ। ਜਿਵੇਂ ਜਿਵੇਂ ਸਾਲ ਵਧੇ, ਮੇਲਸ ਤੇ ਫੀਮੇਲਸ ਦੀ ਸੰਖਿਆ ਘਟਦੀ ਗਈ, ਜਿਹਦੇ ਨਾਲ ਕਿ ਉਹਨਾਂ ਦਾ ਟੋਟਲ ਵੀ ਕਾਫੀ ਘਟ ਗਿਆ। which led to a heavy, ਪਰ ਦੇਖੋ ਟੋਟਲ 4,77,000 ਤੋਂ ਸਿਰਫ 61,000 ਰਹਿ ਗਿਆ। 4,77,000 4,77,100 ਤੋਂ ਸਿੱਧਾ 61,000 ਤੇ ਆ ਗਿਆ। ਕਾਫੀ ਜ਼ਿਆਦਾ ਘਟ ਗਿਆ ਨਾ ਸਿਰਫ 50 ਸਾਲਾਂ ਵਿੱਚ। which led to, sorry, led on past form, lead, which led to a heavy fall in their total number। ਇਹ ਹੋ ਗਿਆ ਆਪਣਾ ਓਵਰਆਲ ਟ੍ਰੈਂਡ। ਆਪਾਂ ਓਵਰਆਲ ਵਿੱਚ ਦੇਖੋ ਮੇਨ ਟ੍ਰੈਂਡਸ ਕਵਰ ਕੀਤੇ। ਇਹ ਚੀਜ਼ ਵੀ ਕਵਰ ਹੋ ਗਈ, ਇਹ ਚੀਜ਼ ਵੀ ਕਵਰ ਹੋ ਗਈ, ਆ ਚੀਜ਼ ਵੀ ਕਵਰ ਹੋ ਗਈ। ਠੀਕ ਹੈ, ਤਾਂ ਆਪਾਂ ਤਿੰਨੋਂ ਕੈਟੇਗਰੀਜ਼ ਨੂੰ ਇੱਕੋ ਹੀ ਸੈਂਟੈਂਸ ਵਿੱਚ ਕੰਬਾਈਨ ਕਰਤਾ। ਤਾਂ ਆਪਾਂ ਨੂੰ ਜ਼ਿਆਦਾ ਲੈਂਥੀ ਓਵਰਵਿਊ ਨਹੀਂ ਲਿਖਣਾ ਪਿਆ।
एक तो क्लीयर है, जो तुसीं इहदा स्क्रीनशॉट लेना चाहते हो ले सकते हो। जदों भी डेटा आवे बस विच मेन चीज़ां चेंज करके तुसीं सेंटेंस फॉर्मेशन ऑलमोस्ट सेम ही रख सकते हो, ठीक है जी। तुसीं पॉज करके इहदा स्क्रीनशॉट ले सकते हो, फिर आपां अगे चलांगे। स्टार्ट करांगे बॉडी पैराग्राफ 1। बॉडी पैराग्राफ 1 तुम एक कनेक्टर नाल भी यूज कर सकते हो, कनेक्टर नाल भी स्टार्ट कर सकते हो, विदाउट कनेक्टर भी स्टार्ट कर सकते हो, डिपेंड करता है कि ਤੁਹਾਡਾ ग्रामर ਦੇ ਕਿੰਨਾ ਕੁ ਵਧੀਆ ਹੋ ਜਾਏ। ਚਲੋ ਆਪਾਂ ਵਿਦਾउट ਕਨੈਕਟਰ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਇਹ ਕਿਹੜਾ 1851। In 1851 1852 ਵਿੱਚ ਜਰਮਨੀ ਟੋਟਲ 4,70,100 ਲੋਕਾਂ ਨੂੰ ਫੈਕਟਰੀਜ਼ ਵਿੱਚ ਐਮਪਲੋਏ ਕਰਦਾ ਸੀ। Germany employed total 4,77,100 people कितने एम्प्लॉय करता सी फैक्ट्रीज ਵਿੱਚ। फैक्ट्रीज को ਆਪਾਂ पैराफ्रेज भी कर सकते हैं और की लिख सकते हैं फैक्ट्री की जगह पे प्रोडक्शन यूनिट्स या मैन्युफैक्चरिंग यूनिट्स। नहीं भी पैराफ्रेज करना कोई चक्कर नहीं, इसमें ऐसा ही रख सकते हैं। चलो आप एक जगह दिखा ली देते हैं इन प्रोडक्शन यूनिट्स ਜਿਹਦੇ ਵਿੱਚ 2,87,100 ਮੇਲ ਸੀ ਤੇ 1,90,000 ਫੀਮੇਲ ਸੀ। consisting of मतलब ਵਿੱਚ ਕੀ ਆਉਂਦਾ 2,87,100 men and 1,90,000 in पंजाबी क्योंकि 3 zeros ਦਾ मतलब k ਹੁੰਦਾ ਨਾ ਇੰਗਲਿਸ਼ ਵਿੱਚ 1000 ਤੈਨੂੰ ਆਪਾਂ 190k ਵੀ ਲਿਖ ਸਕਦੇ ਹਾਂ। 190k women ਉਸ ਤੋਂ ਬਾਅਦ ਜਾਂ ਤਾਂ ਤੁਸੀਂ ਇਹਨਾਂ ਨੂੰ year by year ਲਿਖੀ ਜਾਓ, ਠੀਕ ਹੈ, ਜਾਂ ਫਿਰ ਪਹਿਲਾਂ ਇੱਕ ਕੈਟੇਗਰੀ ਨੂੰ ਪੂਰਾ ਐਲੈਬੋਰੇਟ ਕਰ ਦਿਓ ਫਿਰ ਦੂਜੀ ਕੈਟੇਗਰੀ ਨੂੰ ਕਰ ਦਿਓ। ਪਰ ਹਾਂ ਕਿਹੜੀ ਚੀਜ਼ ਜ਼ਰੂਰੀ ਹੁੰਦੀ ਕੰਪੈਰੀਜ਼ਨਸ ਬਣਾਉਣੇ, ਕਿਉਂਕਿ ਜਦੋਂ ਵੀ ਡੇਟਾਬੇਸ ਗ੍ਰਾਫ ਆਊਗਾ ਉਹਦੇ ਉੱਪਰ ਕਲੀਅਰ ਲਿਖਿਆ ਹੁੰਦਾ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਤੇ ਕੰਪੈਰੀਜ਼ਨਸ ਨਹੀਂ ਬਣਾਓਗੇ ਤੁਹਾਡੇ ਪੁਆਇੰਟਸ ਕੱਟੇ ਜਾਣਗੇ ਡੈਫੀਨਿਟਲੀ। ਆਪਾਂ ਨੂੰ ਕੰਪੈਰੀਜ਼ਨ ਬਣਾਉਣਾ ਵੀ ਜ਼ਰੂਰੀ ਹੈ। ਹੁਣ ਆਪਾਂ ਅਗਲੇ ਸਾਲ ਤੇ ਚੱਲਦੇ ਹਾਂ। ਅਗਲੇ ਸਾਲ 1861 ਵਿੱਚ ਦੇਖੋ ਕੀ ਹੋਇਆ। ਮੇਜ਼ ਦੀ ਸੰਖਿਆ ਪਹਿਲਾਂ ਕਿੰਨੀ ਸੀ 2,87,000। ਅਗਲੇ ਸਾਲ 10 ਸਾਲ ਬਾਅਦ ਕਿੰਨੀ ਰਹਿ ਗਈ 1,31,000। ਕਿੰਨਾ ਫਾਲ ਆਇਆ ਆਪਾਂ ਕਹਿ ਸਕਦੇ ਕਿ ਅੱਧੇ ਤੋਂ ਵੀ ਘੱਟ ਰਹਿ ਗਿਆ, ਕਿਉਂਕਿ ਜੇ ਤੁਸੀਂ 280,000 ਲੈ ਕੇ ਜਾਓਗੇ ਗ੍ਰਾਫ ਦੀ ਵੈਲਿਊ ਲੈ ਕੇ ਇਹਨੂੰ ਤੁਸੀਂ 2 ਨਾਲ ਡਿਵਾਈਡ ਕਰੋ ਤੇ ਸਿੱਧਾ 1,40,000 ਨੰਬਰ ਨੇ ਤੇ 1,40,000 ਤੋਂ ਵੀ ਘੱਟ ਹੈ 1,31,000। ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕਿ ਅੱਧੇ ਤੋਂ ਵੀ ਘੱਟ ਰਹੇ। ਕਿਵੇਂ ਲਿਖਾਂਗੇ ਇਹਨੂੰ ਡਾਇਰੈਕਟ 1861 ਲਿਖਣ ਦੀ ਬਜਾਏ ਤੁਸੀਂ ਏਦਾਂ ਵੀ ਲਿਖ ਸਕਦੇ ਹੋ ਅ ਡੈਕੇਡ ਲੇਟਰ ਮਰਦਾਂ ਦੀ ਸੰਖਿਆ ਮੇਲਸ ਨੰਬਰ remain ਅੱਧੇ ਤੋਂ ਵੀ ਘੱਟ less than half ਅੱਧੇ ਤੋਂ ਵੀ ਘੱਟ ਰਹਿ ਗਈ ਤੇ ਉਸ ਤੋਂ ਬਾਅਦ ਡੈਕੇਡ ਬਾਈ ਡੈਕੇਡ ਘਟਦੀ ਗਈ। देखो हर 10 साल बाद वैल्यू घटती गई है ना एंड कॉमा कंटिन्यूड टू नीचे गिरना कंटिन्यू कर दी गई, कंटिन्यू टू डिक्रीज
decade by decade ਮਰਦਾਂ ਦੀ ਸੰਖਿਆ ਘਟਦੀ ਗਈ। ਹੁਣ ਆਪਾਂ ਨੂੰ ਇੱਥੇ ਹਰੇਕ ਚੀਜ਼ ਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ, ਕਿਉਂਕਿ ਬਹੁਤ ਜ਼ਿਆਦਾ ਲੈਂਥੀ ਹੋ ਜਾਊਗਾ, ਟਾਈਮ ਵੇਸਟ ਵੀ ਹੋਊਗਾ, ਵਰਡ ਲਿਮਿਟ ਵੀ ਬਹੁਤ ਜ਼ਿਆਦਾ ਲੈਂਥ ਹੋਵੇ, ਫਿਰ ਟਾਸਕ ਨੂੰ ਕਰਨ ਲਈ ਟਾਈਮ ਨਹੀਂ ਬਚਣਾ ਸਾਡੇ ਕੋਲ। ਚਲੋ ਆਪਾਂ ਸਿੱਧਾ ਲਾਸਟ ਈਅਰ ਤੇ ਲੈ ਜਾਂਦੇ ਹਾਂ। In 1901 या इधर भी देख सकते हैं कि 40 साल बाद या 4 decades later after 40 years in 1901 1901 ਵਿੱਚ ਕਿਵੇਂ ਲਿਖਾਂਗੇ ਆਪਾਂ ਸਿਰਫ 31000 ਰਹੇਗੀ। It went down और it तक से हम मेज की गल नहीं कर रहे, मेज की संख्या की गल कर रहे हैं, तां ਆਪਾਂ ਇੱਥੇ इट लगाया। मेज ह्यूमंस ने ਆਪਾਂ कदे इट नहीं लगा सकते, पर ਆਪਾਂ ਇੱਥੇ संख्या की गल कर रहे हैं। या this number भी देख सकते हो, this value भी देख सकते हो, तो ਆਪਾਂ नॉर्मल एक लगा लिया। It went down to the lowest point कितना, that is 31,000 या 31K। ਇਹ ਹੋ ਗਿਆ ਆਪਣਾ ਮੇਲ ਦਾ ਡੇਟਾ। ਆਪਾਂ ਇਸ ਪਾਰਟ ਨੂੰ ਸਾਰੇ ਨੂੰ ਇਲੈਬੋਰੇਟ ਕਰਤਾ। ਹੁਣ ਆਪਾਂ ਫੀਮੇਲਸ ਦੀ ਗੱਲ ਕਰਾਂਗੇ। ਇਹਦਾ ਵੀ ਸਕਰੀਨਸ਼ਾਟ ਲੈਣਾ ਜਾ ਸਕਦੇ ਹੋ। ਹੁਣ ਆਪਾਂ ਫੀਮੇਲਸ ਵਾਲੇ ਕਾਲਮ ਤੇ ਆਉਂਦੇ ਹਾਂ। ਹੁਣ ਦੇਖੋ ਆਪਾਂ ਇਹਨਾਂ ਇਅਰਸ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ, ਆਪਾਂ ਦੁਬਾਰਾ ਸੇਮ ਟਾਈਮ ਪੀਰੀਅਡ ਦੀ ਗੱਲ ਕਰਾਂਗੇ ਨਾ, ਤਾਂ ਆਪਾਂ ਇੱਥੇ ਲਿਖ ਸਕਦੇ ਹਾਂ meanwhile ਪਹਿਲੇ 10 ਸਾਲਾਂ ਵਿੱਚ ਕੀ ਹੋਇਆ, ਫੀਮੇਲਸ ਦੀ ਸੰਖਿਆ 30,000 ਘਟ ਗਈ। there was a drop of कितना ड्रॉप आया, कितनी गिरावट आई, एग्जैक्टली 30,000 थी। there was a drop of exactly 30,000 in the number of, number ਨੂੰ count भी लिख सकते हो, in the count of female factory employees या workers from कदों तो कदों तक 1852 तो from 1851 to 1861। ਉਸ ਤੋਂ ਬਾਅਦ ਇਹਦੇ ਵਿੱਚ ਹੋਰ ਜ਼ਿਆਦਾ ਗਿਰਾਵਟ ਆ ਗਈ। ਕਿੰਨੀ ਆਈ, 1 ਲੱਖ ਦੀ। ਉਸ ਤੋਂ ਬਾਅਦ ਇਹ ਲਗਾਤਾਰ 10-10 ਹਜ਼ਾਰ ਕਰਕੇ ਵੈਲਿਊ ਘਟਦੀ ਗਈ। ਤਾਂ ਆਪਾਂ ਕਿਵੇਂ ਲਿਖਾਂਗੇ, ਉਸ ਤੋਂ ਅਗਲੇ ਡੈਕੇਡ ਵਿੱਚ in the following decade, next ਨਹੀਂ ਲਿਖਣਾ ਕਦੇ ਵੀ past ਵਿੱਚ next ਨਹੀਂ ਯੂਜ਼ ਹੁੰਦਾ। next ਹੁੰਦਾ present ਤੇ future, past ਵਿੱਚ ਹੁੰਦਾ upcoming, following ਜਾਂ subsequent। in the following decade this number या this value या this figure, इस फिगर ने 1 ਲੱਖ ਦੀ ਹੋਰ ਗਿਰਾਵਟ ਦੇਖੀ। this figure witnessed a further गिरावट। गिरावट में ड्रॉप भी लिख लिया,
ਫੈਲ ਵੀ ਲਿਖ ਲਿਆ ਸੀ, ਫਾਲ ਵੀ ਲਿਖ ਲਿਆ ਸੀਗਾ, ਤਾਂ ਆਪਾਂ ਡਿਕਲਾਈਨ ਲਿਖਦੇ ਹਾਂ, a further decline of 100,000 100K। ਉਸ ਤੋਂ ਬਾਅਦ 1881 ਤੋਂ 1901 ਤੱਕ ਇਹ ਵੈਲਿਊ, ਜਾਂ 1877 ਤੋਂ 1901 ਤੱਕ ਇਹ ਵੈਲਿਊ ਲਗਾਤਾਰ 10,000 ਕਰਕੇ ਗਿਰਦੀ ਰਹੀ। Between 1871 and 1901, this number constantly घटता गया, constantly descended, decrease the synonym is descended, by 10,000 every decade। हरेक डेकेड ਵਿੱਚ 10,000 ਕਰਕੇ ਵੈਲਿਊ ਘਟਦੀ ਗਈ। ਫਿਰ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਐਂਡ ਤੇ ਫੀਮੇਲਸ ਦੀ ਸੰਖਿਆ ਮੇਲਸ ਨਾਲੋਂ ਵੀ ਨੀਚੇ ਚਲੀ ਗਈ। ਐਂਡ at the beginning of by the beginning of the beginning 20th century, 1901 means 20th century, by the beginning of 20th century the value ਆਪਾਂ ਲਿਖ ਲਿਆ, figure ਲਿਖ ਲਿਆ, value ਲਿਖ ਲਿਆ, the value fell even lower than the number of male counterparts। मेल काउंटरपार्ट्स मतलब काउंटरपार्ट्स ਹੁੰਦਾ opponents। ਆਪਾਂ ਫੀਮੇਲ ਦੀ ਗੱਲ ਕਰਦੇ ਹਾਂ ਤਾਂ ਕਾउंटरपार्ट्स ਕੌਣ ਹੋ ਗਏ? ਮੇਲਸ ਹੋ ਗਏ। and the number of male counterparts। कितना सी प्रिसाइजली 30,000। ਇੱਥੇ ਤੁਸੀਂ ਸੈਮੀਕੋਲਨ ਯੂਜ਼ ਕਰੋ। ਇੱਕ ਵਾਰੀ ਆਪਾਂ ਦੇਖ ਲਈਏ, meanwhile there was a drop of exactly 30,000 in the count of female factory employees from 1851 to 1861। 1851 ਤੋਂ ਲੈ ਕੇ 1861 ਤੱਕ 30,000 ਦੀ ਗਿਰਾਵਟ ਸੀ, ਠੀਕ ਹੈ। in the following decade, ਅਗਲੇ 10 ਸਾਲਾਂ ਵਿੱਚ ਕੀ ਹੋਇਆ? This figure witnessed a further decline of 100,000। अगले 10 साल ਵਿੱਚ 1 ਲੱਖ ਦੀ ਗਿਰਾਵਟ ਆਈ, ਠੀਕ ਹੈ। Between 1871 and 1901, 1871 ਤੋਂ 1901 ਤੱਕ this number constantly descended। ਇਹ ਨੰਬਰ constantly ਗਿਰਦਾ ਗਿਆ। 60 ਤੋਂ 50, 50 ਤੋਂ 40, 40 ਤੋਂ 30, 10,000 ਦਾ ਗੈਪ ਹੀ ਹੈ। This number constantly descended by 10,000 every decade। ਹਰੇਕ decade ਵਿੱਚ 10,000 ਦੀ ਗਿਰਾਵਟ ਆਈ। And by the beginning of 20th century start हो गई, the value fell even lower than male counterparts, the number of male counterparts। male counterparts ਦਾ ਨੰਬਰ ਕਿੰਨਾ ਸੀ? 31,000। ਫੀਮੇਲ ਦਾ ਕਿੰਨਾ ਹੈ? 31 ਤੋਂ ਵੀ ਨੀਚੇ ਕਿੰਨਾ? 30,000 ਰਹਿ ਗਿਆ, ਠੀਕ ਹੈ। ਇਹ ਹੁਣ ਆਪਾਂ ਫੀਮੇਲਸ ਦਾ ਕਾਲਮ ਵੀ ਕਵਰ ਕਰ ਲਿਆ। ਹੁਣ ਰਹਿ ਗਿਆ ਆਪਣਾ ਟੋਟਲ ਨੂੰ ਆਪਾਂ ਇੱਕੋ ਲਾਈਨ ਵਿੱਚ ਹੀ ਦੱਸ ਦਿੰਦੇ ਹਾਂ। The total number of men and women working जगह पर लिखेंगे who worked in factories
in Germany देखो काफी ज्यादा गिर गया ना, ਇੱਥੇ 4,77,000 ਹੈ, ਇੱਥੇ ਹੈਗਾ 61,000, ਤਾਂ ਕਾਫੀ ਜ਼ਿਆਦਾ ਆਪਾਂ ਕਹਿੰਦੇ ਆ ਫ੍ਰੈਕਸ਼ਨ ਰਹਿ ਗਿਆ original ਵੈਲਿਊ ਦਾ। The total number of men and women who work in factories in Germany declined considerably and remained 61,000, yeah, only 61,000, only 61,000, सिर्फ 61,000 रह गया, जो कि ओरिजिनल वैल्यू का सिर्फ एक छोटा जिहा हिस्सा है, which is merely मतलब केवल सिर्फ merely a fraction of its original value $4,77,100 ओरिजिनल वैल्यू जो कि 4,77,100 सी, ਉਹਦੇ ਤੋਂ ਸਿੱਧਾ 61,000 ਆ ਗਿਆ, ਜੋ ਕਿ ओरिजिनल वैल्यू ਦਾ ਸਿਰਫ ਇੱਕ ਛੋਟਾ ਜਿਹਾ ਫ੍ਰੈਕਸ਼ਨ ਸੀ। ਆਪਾਂ ਇਹਨੂੰ ਮਾੜਾ ਹੋਰ ਇਲੈਬੋਰੇਟ ਕਰਦੇ ਹਾਂ ਵਧੀਆ ਬਣਾਉਣ ਲਈ। ਕੀ ਲਿਖਾਂਗੇ? and this change आया ना, ਇੱਥੋਂ ਲੈ ਕੇ ਇੱਥੇ ਸਾਰਾ ਚੇਂਜ ਹੀ ਚੱਲਦਾ ਹੈ। this change occurred in a span means period या length या duration, in a span of just 50 years, सिर्फ 50 सालों ਵਿੱਚ ਹੀ ਇੰਨਾ ਜ਼ਿਆਦਾ ਚੇਂਜ ਆ ਗਿਆ। ਕਿੱਥੇ 4,77,000 ਸੀਗੇ, ਘਟਦੇ 50 ਸਾਲਾਂ ਬਾਅਦ ਸਿਰਫ 60,000 ਰਹਿ ਗਏ। ਆਪਾਂ ਕਹਿ ਸਕਦੇ 50 ਸਾਲਾਂ ਵਿੱਚ ਜਾਂ ਸਿਰਫ ਹਾਫ ਸੈਂਚੁਰੀ ਵਿੱਚ ਜਾਂ 5 ਡੈਕੇਡਸ ਵਿੱਚ ਇੰਨਾ ਜ਼ਿਆਦਾ ਚੇਂਜ ਆ ਗਿਆ। ਸੋ ਗਾਇਸ, ਇਹ ਸੀਗਾ ਕਿ ਆਪਾਂ ਗ੍ਰਾਫ ਨੂੰ ਕਿਵੇਂ ਅਟੈਂਪਟ ਕਰ ਸਕਦੇ ਹਾਂ, ਖਾਸ ਕਰਕੇ ਸੈਂਟੈਂਸ ਫਾਰਮੇਸ਼ਨ ਦਾ ਟੈਂਸ ਦਾ ਧਿਆਨ ਰੱਖਣਾ, ਹੋਰ ਇਹਦੇ ਵਿੱਚ ਕੁਝ ਵੀ ਨਹੀਂ ਹੁੰਦਾ। आई होप कि ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ। ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।